ਕੁੜੀਆਂ ਨੂੰ ਉੱਥੇ ਭੇਜਦਾ ਸੀ ਔਰ ਉੱਥੇ ਜਾ ਕੇ ਜਿਸਮ ਫਰੋਸ਼ੀ ਦਾ ਕੰਮ ਕਰਵਾਉਂਦਾ ਸੀ। ਜੀ ਇਹ ਮੰਨਦਾ ਹੈ ਲੇਕਿਨ ਬੇਸਿਕਲੀ ਇਹ ਕਹਿੰਦਾ ਜੀ ਉੱਥੇ ਲੜਕੀਆਂ ਨੂੰ ਅਸੀਂ ਇਹ ਕਹਿੰਦੇ ਸੀ ਜੋ ਰਿਸੈਪਸ਼ਨਿਸਟ ਹੋਣਗੀਆਂ ਹੋਟਲ ਵਿੱਚ ਵੇਟਰ ਹੋਣਗੀਆਂ ਆਨਲਾਈਨ ਕੰਮ ਕਰਾਉਣਗੇ। ਕੁੜੀਆਂ ਦਾ ਡਾਟਾ ਨਹੀਂ ਮਿਲਿਆ, ਲੇਕਿਨ ਜਿਹੜੇ ਇਨਕਸ਼ਾਫ ਕਰ ਰਹੇ 100 ਤੋਂ ਜ਼ਿਆਦਾ ਲੜਕੀਆਂ ਜਿਹੜਾ ਬਾਹਰ ਭੇਜ ਚੁੱਕੇ ਆ। ਆਪਣੇ ਰਿਸ਼ਤੇਦਾਰਾਂ ਚੋਂ ਕਿੰਨੀਆਂ ਕੁੜੀਆਂ ਕੋ ਭੇਜ ਚੁੱਕੇ? सर 3-4। ਤਿੰਨ ਚਾਰ। ਉਸ ਤੈਨੂੰ ਸ਼ਰਮ ਨਾ ਆਈ ਕਿ ਤੂੰ ਆਪਣੇ ਰਿਸ਼ਤੇਦਾਰਾਂ ਨੂੰ ਇਸ ਕੰਮ ਤੇ ਲਾਤਾ? FIA ਫੈਸਲਾਬਾਦ ਨੇ ਬੜੀ ਵੱਡੀ ਕਾਰਵਾਈ ਕੀਤੀ ਹੈ ਜਿਹਦੇ ਵਿੱਚ ਇਨਸਾਨੀ ਸਮਗਲਿੰਗ ਜਿਹੜਾ ਮੇਨ ਬੰਦਾ ਸੀਗਾ ਉਹਨੂੰ ਗ੍ਰਿਫਤਾਰ ਕੀਤਾ ਔਰ ਇਹ ਉਹ ਬੰਦਾ ਜਿਹੜਾ ਕੁੜੀਆਂ ਨੂੰ ਫੈਸਲਾਬਾਦੋਂ ਦੁਬਈ ਭੇਜਦਾ ਸੀ ਔਰ ਉੱਥੇ ਜਾ ਕੇ ਮਕਰੂ ਧੰਦਾ ਕਰਵਾਉਂਦਾ ਸੀ। ਇਹਦੇ ਹਵਾਲੇ ਨਾਲ ਸਾਡਾ ਡਿਪਟੀ ਡਾਇਰੈਕਟਰ ਤਾਰਕ ਮਹਿਮੂਦ ਸਾਹਿਬ ਮੌਜੂਦ ਨੇ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। अस्सलाम वालेकुम सर जी। ਵਾਲੇਕੁਮ ਸਲਾਮ। सर ਇਹ ਬਹੁਤ ਅੱਛਾ ਕੰਮ ਕੀਤਾ ਔਰ ਬਹੁਤ ਹੀ ਮੈਂ ਤੁਹਾਨੂੰ ਐਪਰੀਸ਼ੀਏਟ ਕਰਦਾ, ਤੁਹਾਡੀ ਟੀਮ ਨੇ ਬੜਾ ਚੰਗਾ ਕੰਮ ਕੀਤਾ ਵਾ। ਸਾਰੇ ਕਿੰਜੇ ਕਾਰਵਾਈ ਸਰ ਤੁਸੀਂ ਕੀਤੀ ਸਰ? ਥੈਂਕ ਯੂ, ਸਭ ਤੋਂ ਪਹਿਲੇ ਤੁਹਾਡਾ ਸ਼ੁਕਰੀਆ। ਬਾਕੀ ਸਾਡੀ ਤੇ ਕੋਸ਼ਿਸ਼ ਹੁੰਦੀ ਤਾਂ ਅੱਛੇ ਤੋਂ ਅੱਛਾ ਕੰਮ ਕੀਏ, ਜਿਹੜੇ ਸਾਡੇ ਕੋਲ ਲਾਜ਼ है उन्होंने इम्प्लीमेंट करवाइए। तो इसमें तरीक़ाकार यही होता है, बेसिकली हमें एक टिप मिली थी कि ये काम हो रहा है, क्योंकि हमको पहले काफ़ी अरसे से इसकी तलाश में थे कि फैसलाबाद से बहुत सारे लोग यहाँ से स्पेशली गर्ल्स जो हैं दुबई जाती हैं। ना सिर्फ ये फैसलाबाद के लिए बदनामी बल्कि हमारे मुल्क पाकिस्तान के लिए बहुत सारी बदनामी होती है। ਅੱਛਾ, ਇਹ ਮੇਨ ਉਹ ਬੰਦਾ ਜਿਹੜਾ ਗ੍ਰਿਫਤਾਰ ਹੋਇਆ ਵਾ ਜਾਂ ਇਹਦੇ ਤੋਂ ਹਾਲੇ ਅੱਗੇ ਵੀ ਕੋਈ ਮੇਨ ਬੰਦੇ ਹੈ ਵਾ? मेन बंदा तो यही है बेसिकली रिक्रूटिंग, लेकिन बाकी सारे ਇਹਦੇ ਨਾਲ ਅਸਿਸਟ ਕਰਦੇ। ਅੱਛਾ ਸਰ, ਲੋਕਾਂ ਵਾਸਤੇ ਸਰ ਕੀ ਮੈਸੇਜ ਦੇਣਾ ਚਾਹੁੰਦੇ ਜੇ, ਕਿਉਂਕਿ ਉਹ ਲੋਕ ਹਾਲੇ ਵੀ ਇਸ ਤਰ੍ਹਾਂ ਦਾ ਮਕਰੂ ਧੰਦਾ ਕਰਨ ਵਾਸਤੇ ਬਹੁਤ ਜ਼ਿਆਦਾ ਲੋਕ ਜਿਹੜੇ ਕਰਦੇ ਆ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਲੋਕਾਂ ਲਈ ਇਹੀ ਮੈਸੇਜ ਹੈ ਕਿ ਤੁਹਾਡੇ ਕੋਲ ਲੀਗਲ ਵੇਜ਼ ਹੈ। ਨॉर्मली ਇਹ ਜਿੰਨੇ ਵੀ ਲੋਕ ਹੈ ਐਕਸਪਲੋਇਟ ਕਰਦੇ, ਕੋਈ ਵੀ ਵਿਲਿੰਗਲੀ ਇਹ ਕੰਮ ਨਹੀਂ ਕਰਨਾ ਚਾਹੁੰਦਾ ਤੇ ਇਹਨਾਂ ਨੂੰ ਇਕਨੋਮਿਕਲੀ ਫਿਜ਼ੀਕਲੀ ਜਿਸ ਤਰ੍ਹਾਂ ਵੀ ਬਲੈਕਮੇਲ ਕਰਦੇ ਐਕਸਪਲੋਇਟ ਕਰਦੇ, ਲੋਕਾਂ ਨੂੰ ਚਾਹੀਦਾ ਕਿ ਲੀਗਲ ਵੇਜ਼ ਇਸਤੇਮਾਲ ਕरें ਇਹਨਾਂ ਲੋਕਾਂ ਦੇ ਫਰਾਡਸ ਨਾਲ, ਤਾਂ ਕਿ ਕੱਲ੍ਹ ਨੂੰ ਬਲੈਕਮੇਲ ਕਰਕੇ ਮਜਬੂਰ ਨਾ ਹੋ। ਸਰ ਬਹੁਤ ਸ਼ੁਕਰੀਆ ਸਰ, ਬੜੀ ਤੁਹਾਡੀ ਚੰਗੀ ਕਾਰਵਾਈ ਸੀ। ਤੁਸੀਂ ਵੇਖਿਆ ਕਿ ਇਹ ਮਕਰੂ ਧੰਦਾ ਕਰਨ ਵਾਲਾ ਮੇਨ ਜਿਹੜਾ ਸਰਗਨਾ ਸੀ, ਜਿਹੜਾ ਕਿ ਮਤਲਬ ਮੈਂ ਪੰਜਾਬੀ ਚ ਕਹਾਂਗਾ ਬੱਚੀਆਂ ਲੱਭਣ ਵਾਲਾ ਜਿਹੜਾ ਬੰਦਾ ਹੁੰਦਾ ਸੀ ਨਾ, ਉਹ ਇਹੀ ਬੰਦਾ ਸੀਗਾ ਜਿਹੜਾ ਇੱਥੋਂ ਫੈਸਲਾਬਾਦੋਂ ਕੁੜੀਆਂ ਜਾਂ ਮੁਖਤਲਿਫ ਫੈਸਲਾਬਾਦ ਲਾਹੌਰ ਮੁਖਤਲਿਫ ਜਗ੍ਹਾ ਤੋਂ ਕੁੜੀਆਂ ਲੱਭਦਾ ਸੀ, ਤਸਵੀਰਾਂ ਭੇਜਦਾ ਸੀ। ਤਸਵੀਰਾਂ ਭੇਜਣ ਤੋਂ ਬਾਅਦ ਫਿਰ ਕੁੜੀਆਂ ਨੂੰ ਦੁਬਈ ਭੇਜਦਾ ਸੀ ਔਰ ਉੱਥੇ ਜਾ ਕੇ ਮਕਰੂ ਧੰਦਾ ਉਹਨਾਂ ਕੋਲ ਕਰਵਾਉਂਦਾ ਸੀ। ਇਹਦੇ ਹਵਾਲੇ ਨਾਲ ਬਾਕੀ ਕਿੱਥੇ ਤੱਕ ਕਾਰਵਾਈ ਹੈ ਉਹ ਵੀ ਅਸੀਂ ਦੇਖਾਂਗੇ, ਲੇਕਿਨ ਇਹ ਬੜੀ ਚੰਗੀ FIA ਦੀ ਕਾਰਵਾਈ ਜਿਹਦੇ ਵਿੱਚ ਮੁਲਜ਼ਮ ਗ੍ਰਿਫਤਾਰ ਹੋ ਗਿਆ। FIA ਫੈਸਲਾਬਾਦ ਨੇ ਵੱਡੀ ਕਾਰਵਾਈ ਕੀਤੀ ਜਿਹਦੇ ਵਿੱਚ ਉਹ ਬੰਦਾ ਗ੍ਰਿਫਤਾਰ ਕੀਤਾ ਜਿਹੜਾ ਫੈਸਲਾਬਾਦੋਂ ਲਾਹੌਰੋਂ ਮੁਖਤਲਿਫ ਇਲਾਕਿਆਂ ਦੇ ਵਿੱਚੋਂ ਕੁੜੀਆਂ ਨੂੰ ਦੁਬਈ ਸਪਲਾਈ ਕਰਦਾ ਸੀ ਔਰ ਉੱਥੇ ਜਾ ਕੇ ਮਕਰੂ ਧੰਦਾ ਕਰਵਾਉਂਦਾ ਸੀ। ਸਾਡੇ ਨਾਲ ਅਜਮਲ ਹੁਸੈਨ ਅਵਾਨ ਸਾਹਿਬ ਮੌਜੂਦ ਨੇ, SHO, ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ ਇਹ ਬਹੁਤ ਚੰਗੀ ਪਹਿਲੇ ਤੇ ਕਾਰਵਾਈ, ਤੁਹਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਵਾ। ਦੂਸਰਾ ਹੈ ਕਿ ਤੁਸੀਂ ਕਿੰਜ ਇਸ ਮੁਲਜ਼ਮ ਤੱਕ ਪਹੁੰਚਦੇ ਜੇ, ਬੜਾ ਔਖਾ ਕੰਮ ਹੈਗਾ ਬੰਦਾ ਲੱਭਣਾ, ਲੇਕਿਨ ਤੁਸੀਂ ਬੰਦਾ ਲੱਭਿਆ, ਲੱਭ ਕੇ ਫਿਰ ਉਹਦੇ ਕੋਲ ਸਾਰਾ ਕੁਝ ਪ੍ਰੂਫ ਵੀ ਕੀਤਾ। ਕਿੰਜ ਕਾਰਵਾਈ ਸਾਰੀ ਹੋਈ? ਸਾਡੇ DG ਸਾਹਿਬ ਡਾਕਟਰ ਉਸਮਾਨ ਅਨਵਰ ਸਾਹਿਬ ਤੇ ਸਾਡੇ ਡਾਇਰੈਕਟਰ ਫੈਸਲਾਬਾਦ ਜ਼ੋਨ ਮਲਕ ਸਿਕੰਦਰ ਸਾਹਿਬ ਦੀ ਸਖਤ ਹਦਾਇਤ ਨੇ, ਜੋ ਜਿਹੜੇ ਇਨਸਾਨੀ ਸਮਗਲਰ ਨੇ ਤੇ ਇਨਸਾਨੀ ਟ੍ਰੈਫਿਕਰ ਨੇ, ਜਿਹੜੇ ਖਾਸ ਕਰ ਬੱਚਿਆਂ ਨੂੰ ਫੋਰਸ ਲੇਬਰ ਲੜਕੀਆਂ ਨੂੰ ਲੈ ਕੇ ਜਾਂਦੇ ਨੇ ਬਰੋਨੇ ਮੁਲਕ, ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਸਾਡੀਆਂ ਟੀਮਾਂ ਹਰ ਵਕਤ ਹੁੰਦੀਆਂ ਨੇ, ਇਹਨਾਂ ਤੇ ਨਜ਼ਰ ਰੱਖਦੀਆਂ ਨੇ। ਇਹ ਇੱਕ ਬੰਦੇ ਦੀ ਸਾਨੂੰ ਇਤਲਾਹ ਮਿਲੀ ਸੀ ਜੋ ਇਹ ਲੜਕੀਆਂ ਭੇਜ ਰਿਹਾ ਹੈ ਮੁਖਤਲਿਫ ਰਾਏ ਨਾਲ, ਤੇ ਅਸੀਂ ਇਹਦੇ ਵਾਸਤੇ ਆਪਣਾ ਸੋਰਸਸ ਡਿਪਲੋਏ ਕੀਤੇ ਹੋਏ ਸੀ। ਇਹ ਉਸ ਦਿਨ ਇੱਥੇ ਲੜਕੀਆਂ ਦੇ ਵਾਸਤੇ ਪਾਸਪੋਰਟ ਲੈ ਕੇ ਫਿਰ ਰਿਹਾ ਸੀ ਕਿ ਇਹਨਾਂ ਨੂੰ ਮੈਂ ਫਲਾਈ ਕਰਾਉਣਾ ਹੈ, ਕੋਈ ਟਰੈਵਲ ਏਜੰਟ ਮਿਲ ਜਾਏ, ਕੋਈ ਜਿਹੜੇ ਇਹਨਾਂ ਦੇ ਸਹੂਲਤਕਾਰ ਨੇ ਉਹ ਮਿਲ ਜਾਣ। ਸਾਨੂੰ ਇਤਲਾਹ ਮਿਲੀ, ਅਸੀਂ ਇਹਨੂੰ ਮਦੀਨਾ ਟਾਊਨ ਦੇ ਏਰੀਏ 'ਚੋਂ ਇਹਦੀ ਕੀਆ ਸਪੋਰਟਰ ਗੱਡੀ ਸਮੇਤ ਪਕੜਿਆ ਹੈ। ਉਹਦੇ ਵਿੱਚ ਇਹਦੇ ਪਾਸਪੋਰਟ ਸੀ, ਮੋਬਾਈਲ ਵਿੱਚ ਲੋਕਾਂ ਨਾਲ ਰਾਬਤਾ ਸੀ, ਜਿਹੜੇ ਏਜੰਟ ਇਹਦੇ ਨਾਲ ਲੱਗੇ ਲਾਹੌਰ ਦੇ, ਗੁਜਰਾਲੇ ਦੇ ਤੇ ਮੁਲਤਾਨ ਦੇ ਹੈਗੇ ਨੇ ਉਹ ਰਾਬਤੇ ਸੀ, ਤੇ ਨਾਲ ਦੁਬਈ ਦੇ ਏਜੰਟ ਵੀ ਰਾਬਤੇ ਸੀ, ਜਿਨ੍ਹਾਂ ਨੂੰ ਇਹ ਲੜਕੀਆਂ ਦੀਆਂ ਤਸਵੀਰਾਂ ਵਗੈਰਾ ਵੀ ਭੇਜਦਾ ਸੀ, ਪਾਸਪੋਰਟਾਂ ਦੀਆਂ ਤੇ ਉਹਨਾਂ ਦੀਆਂ ਕਾਮਿਆਂ ਦੀ ਫੋਟੋਆਂ ਭੇਜਦਾ ਸੀ, ਟਿਕਟਾਂ ਭੇਜਦਾ ਸੀ। ਅੱਛਾ ਸਰ, ਇਹ ਬੜਾ ਮੁਸ਼ਕਲ ਸੀਗਾ ਤੁਸੀਂ ਇਹ ਬੰਦੇ ਨੂੰ ਤਸਦੀਕ ਕਰਨਾ ਕਿ ਬੰਦਾ ਵਾਕਈ ਉਹੀ ਹੈਗਾ ਵਾ? ਕਿਸ ਤਰ੍ਹਾਂ ਤੁਹਾਨੂੰ ਕੋਈ ਕੰਪਲੇਨ ਬੰਦਾ ਕਰਦਾ ਵਾ ਜਾਂ ਤੁਸੀਂ ਆਪਣੇ ਸੋਰਸ ਦੇ ਨਾਲ ਹੀ ਇਹਨਾਂ ਕੋਲ ਪਹੁੰਚਦੇ? ਸਾਨੂੰ ਜਿਹੜੀ ਵੀ ਇਤਲਾਹ ਮਿਲੇ ਅਸੀਂ ਪਹਿਲੇ ਉਹਨੂੰ ਮੈਚੋਰ ਕਰੀਦਾ ਆਪਣੇ ਜ਼ਰਾਏ ਨਾਲ। ਜਦੋਂ ਕਨਫਰਮ ਹੁੰਦਾ ਹੈ ਜੋ ਇਹ ਬੰਦਾ ਵਾਕਈ ਕੋਈ ਵੀ ਇਨਸਾਨੀ ਸਮਗਲਿੰਗ ਕਰ ਰਿਹਾ, ਇਨਸਾਨੀ ਟ੍ਰੈਫਿਕਿੰਗ ਕਰ ਰਿਹਾ, ਉਸ ਤੋਂ ਬਾਅਦ ਅਸੀਂ ਬਕਾਇਦਾ ਪਰਮਿਸ਼ਨ ਲੈਂਦੇ ਆਪਣੀ ਅਥਾਰਟੀ ਤੋਂ, ਉਸ ਤੋਂ ਬਾਅਦ ਅਸੀਂ ਐਕਸ਼ਨ ਕਰਦੇ ਹਾਂ। ਤੇ ਉਹ ਸਾਡੀ ਜਿਹੜੀ ਇਨਫੋਰਮੇਸ਼ਨ ਸੀ ਮੈਚੋਰ ਸੀ, ਕਿਉਂਕਿ ਇਹਦੇ ਮੋਬਾਈਲ ਵਿੱਚੋਂ ਕਾਫੀ ਤਾਦਾਦ ਦੇ ਡਾਟਾ ਮਿਲਿਆ, ਅਕਾਊਂਟਾਂ ਦੀ ਤਫਸੀਲ ਮਿਲੀ ਹੈ, ਲੋਕਾਂ ਦੇ ਵੀਜ਼ੇ ਮਿਲੇ, ਜਿਹੜੀਆਂ ਲੜਕੀਆਂ ਭੇਜਦੇ ਆ ਅਕਾਊਂਟਾਂ 'ਚ ਪੈਸੇ ਲੈਂਦੇ ਨੇ, ਤੇ ਨਾਲ ਪਾਸਪੋਰਟ ਮਿਲੇ ਜਿਹਦੇ ਲੜਕੀਆਂ ਦੇ ਵੀਜ਼ੇ ਲੱਗੇ ਹੋਏ ਨੇ।
ਇਹ ਮੰਨ ਚੁੱਕਿਆ ਕਿ ਮੈਂ ਕੁੜੀਆਂ ਨੂੰ ਉੱਥੇ ਭੇਜਦਾ ਸੀ ਔਰ ਉੱਥੇ ਜਾ ਕੇ ਜਿਸਮ ਫਰੋਸ਼ੀ ਦਾ ਕੰਮ ਕਰਵਾਉਂਦਾ ਸੀ? ਜੀ ਇਹ ਮੰਨਦਾ ਹੈ ਲੇਕਿਨ ਬੇਸਿਕਲੀ ਇਹ ਕਹਿੰਦਾ ਜੀ ਉੱਥੇ ਲੜਕੀਆਂ ਨੂੰ ਅਸੀਂ ਇਹ ਕਹਿੰਦੇ ਸੀ ਜੋ ਰਿਸੈਪਸ਼ਨਿਸਟ ਹੋਣਗੀਆਂ ਹੋਟਲ ਵਿੱਚ ਵੇਟਰ ਹੋਣਗੀਆਂ ਆਨਲਾਈਨ ਕੰਮ ਕਰਾਉਣਗੇ ਉੱਥੇ ਜਾ ਕੇ ਕਲੱਬਾਂ ਦੇ ਵਿੱਚ ਉਹਨਾਂ ਦੇ ਹਵਾਲੇ ਕਰ ਦਿੰਦੇ ਨੇ ਪਾਸਪੋਰਟ ਕਨਫਿਸਕੇਟ ਕਰ ਲੈਂਦੇ ਨੇ ਉਹ ਤੋਂ ਏਜੰਟਾਂ ਤੋਂ ਜਿਹੜੀ ਇਹ ਪੈਸੇ ਲੈਂਦੇ ਨੇ ਉਹ ਇਹਦੇ ਅਕਾਊਂਟ ਵਿੱਚ ਜਾਂਦੇ ਸੀ ਇਹ ਅੱਗੇ ਉਹਨਾਂ ਦੀ ਫੈਮਿਲੀ ਨੂੰ ਦੱਸਦਾ ਸੀ ਜੋ ਇਹ ਪੈਸੇ ਮਿਲ ਗਏ ਨੇ ਉਹ ਉਹਨਾਂ ਨੂੰ ਇਜਾਜ਼ਤ ਨਹੀਂ ਹੈਗੀ ਹੋਟਲ ਵਿੱਚ ਉਹ ਗੱਲਬਾਤ ਨਹੀਂ ਕਰ ਸਕਦੀਆਂ ਤੇ ਉਹਨਾਂ ਤੋਂ ਅੱਗੇ ਮਕਰੂਹ ਧੰਦਾ ਕਰਵਾਉਂਦਾ ਸੀ। ਅੱਛਾ ਕਿੰਨੇ ਕੁ ਪੈਸੇ ਇਸ ਟਾਈਮ ਤੱਕ ਇਹਦੇ ਅਕਾਊਂਟ 'ਚ ਆ ਗਏ ਨੇ ਜਾਂ ਉਹ ਕੁੜੀਆਂ ਦੇ ਬਾਹਰੋਂ ਇੱਥੇ ਪਾਕਿਸਤਾਨ ਮੰਗਵਾਉਂਦਾ ਰਿਹਾ? ਇਹ ਫਾਈਨੈਂਸ਼ੀਅਲ ਪ੍ਰੋਬ ਅਸੀਂ ਕਰ ਰਹੇ ਹਾਂ 78 ਲੱਖ ਦੀਆਂ ਟ੍ਰਾਂਜੈਕਸ਼ਨਾਂ ਨੇ ਜਿਹੜੀਆਂ ਦੇ ਮੋਬਾਈਲ 'ਚੋਂ ਰਸੀਦਾਂ ਮਿਲੀਆਂ ਨੇ ਅਮਾਊਂਟ ਜ਼ਿਆਦਾ ਹੋਣੀ ਕਿਉਂਕਿ ਇਹਦੀ ਕੀਆ ਸਪੋਰਟੇਜ ਵੀ ਨੇ ਇਸੇ ਕੰਮ ਤੋਂ ਹੀ ਲਈ ਹੈ ਕਿਉਂਕਿ ਇਹਦਾ ਬਜ਼ਾਰ ਇੱਥੇ ਹੋਰ ਕੋਈ ਧੰਦਾ ਨਹੀਂ ਹੈਗਾ 4 ਸਾਲ ਹੋ ਗਏ ਕਹਿੰਦਾ ਮੈਂ ਕੰਮ ਕਰ ਰਿਹਾ ਇਹਦੇ ਵਿੱਚ ਕਾਫੀ ਇਹਦੇ ਕੋਈ ਰਿਸ਼ਤੇਦਾਰ ਵੀ ਇਨਵੋਲਵ ਨੇ ਉਹਨਾਂ ਦੀ ਵੀ ਅਸੀਂ ਤਫਤੀਸ਼ ਕਰ ਰਹੇ ਹਾਂ ਕੁਝ ਲਾਹੌਰ ਦੇ ਏਜੰਟ ਨੇ ਮੁਲਤਾਨ ਦੇ ਨੇ ਔਰ ਜਿਹੜੇ ਦੁਬਈ ਦੇ ਨੇ ਉਹਨਾਂ ਦੇ ਅਸੀਂ ਥਰੂ ਜਿਹੜਾ ਸਾਡਾ ਪ੍ਰੋਸੀਜਰ ਹੈ ਮਿਊਚੁਅਲ ਲੀਗਲ ਅਸਿਸਟੈਂਸ ਥਰੂ ਲਿੰਕ ਆਫਿਸ ਅਸੀਂ ਲਵਾਂਗੇ ਤੇ ਲੜਕੀਆਂ ਦਾ ਡਾਟਾ ਉਹ ਤੋਂ ਅਸੀਂ ਲਵਾਂਗੇ ਜਿਹੜੀਆਂ ਉੱਤੇ ਅਗਰ ਫਸੀਆਂ ਨੇ ਤੇ ਉਹਨਾਂ ਨੂੰ ਅਸੀਂ ਥਰੂ ਜਿਹੜਾ ਸਾਡੀ ਮਿਨਿਸਟਰੀ ਹੈ ਉਹਦੇ ਜ਼ਰੀਏ ਉਹਨਾਂ ਨੂੰ ਵਾਪਸ ਲਾਉਣ ਦੇ ਇਕਦਾਮ ਕਰਾਂਗੇ। ਅੱਛਾ ਸਰ ਇਹਦੇ ਵਿੱਚ ਕੁਝ ਇਹੋ ਜਿਹੀਆਂ ਫੈਮਲੀਆਂ ਵੀ ਹੋਣੀਆਂ ਜਿਨ੍ਹਾਂ ਦੀ ਕੋਈ ਕੱਲੀ ਧੀ ਹੋਣੀ ਆ ਜਾਂ ਗਰੀਬ ਘਰ ਦੇ ਹੋਣੇ ਕਿ ਕੁੜੀ ਚਲੋ ਥੋੜੀ ਜਿਹੀ ਪੜ੍ਹ ਕੇ ਉਹਨੂੰ ਅਸੀਂ ਬਾਹਰ ਭੇਜ ਦਿੰਦੇ ਆ ਉੱਥੇ ਜੇ ਕੋਈ ਚੰਗਾ ਕੰਮ ਕਰੇਗੀ ਸਾਨੂੰ ਪੈਸੇ ਕਮਾ ਕੇ ਦੇਵੇਗੀ ਲੇਕਿਨ ਅਗਰ ਉਹਨਾਂ ਫੈਮਲੀਆਂ ਨੂੰ ਪਤਾ ਲੱਗੇ ਕਿ ਮੇਰੀ ਧੀ ਉੱਥੇ ਜਾ ਕੇ ਜਿਸਮ ਫਰੋਸ਼ੀ ਕਰ ਰਹੀ ਆ ਉਹਨਾਂ ਦੇ ਕੀ ਬੀਤੇਗੀ ਸਰ ਇਹਦੇ ਬਾਰੇ? ਇਹਦੇ ਵਿੱਚ ਇਹ ਮਜ਼ਲੂਮ ਲੋਕਾਂ ਦਾ ਨਜਾਇਜ਼ ਫਾਇਦਾ ਉਠਾਉਂਦੇ ਨੇ ਅਸੀਂ ਉਹਨਾਂ ਦੀ ਆਇਡੈਂਟੀਟੀ ਛੁਪਾ ਰਹੇ ਹਾਂ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਨੂੰ ਵਿਕਟਮ ਬਣਾਈਏ ਤੇ ਅਸੀਂ ਉਹਨਾਂ ਦੀ ਮੈਕਸਿਮਮ ਸੇਫ ਕਸਟਡੀ ਵਾਸਤੇ ਤੇ ਉਹਨਾਂ ਨੂੰ ਮੈਕਸਿਮਮ ਉਹਨਾਂ ਨੂੰ ਵਾਪਸ ਹਿਫਾਜ਼ਤ ਅਗਰ ਕੋਈ ਫਸੀ ਤਾਂ ਵਾਪਸ ਲਿਆ ਕੇ ਦੇਵਾਂਗੇ ਤੇ ਉਹਨਾਂ ਨੂੰ ਸਮਝਾਵਾਂਗੇ ਜੋ ਨੈਕਸਟ ਕੋਈ ਵੀ ਕੰਮ ਕਰਨਾ ਹੈ ਤੇ ਆਪਣੇ ਇਲਾਕੇ ਮਹੱਲੇ 'ਚ ਪਹਿਲੇ ਤਸੱਲੀ ਕਰੋ ਤੇ ਕੋਸ਼ਿਸ਼ ਕਰੋ ਪਾਕਿਸਤਾਨ ਵਿੱਚ ਹੀ ਅੱਛੇ ਮੌਕੇ ਮਿਲਣ ਤੇ ਆਪਣੀ ਇੱਥੇ ਖਿਦਮਤ ਅੰਜਾਮ ਦੇਣ। ਸਰ ਜਿਹੜੀਆਂ ਹੁਣ 100 ਤੋਂ ਜ਼ਿਆਦਾ ਕੁੜੀਆਂ ਕਹਿ ਚੁੱਕੇ ਚਲੇ ਗਈਆਂ ਨੇ ਉਹਨਾਂ ਨੂੰ ਹੁਣ ਤੁਸੀਂ ਵਾਪਸ ਕਿਸ ਤਰ੍ਹਾਂ ਲਿਆਓਗੇ ਅਗਰ ਉਹ ਆਉਣਾ ਚਾਹੁੰਦੀਆਂ ਅਗਰ ਉਹ ਕਹਿੰਦੀਆਂ ਅਸੀਂ ਨਹੀਂ ਆਉਣਾ ਕੀ ਕਰੋਗੇ ਉਹਨਾਂ ਦੇ ਬਾਰੇ? ਨਹੀਂ ਜਿਹੜਾ ਡਾਟਾ ਸਾਨੂੰ ਮਿਲਿਆ 27 ਲੜਕੀਆਂ ਦਾ ਹੈ ਪਾਸਪੋਰਟ ਵਗੈਰਾ ਉਹ ਅਸੀਂ ਉਹਨਾਂ ਦਾ ਅਸੀਂ ਬਕਾਇਦਾ ਲੈਟਰ ਲਿਖਦੇ ਟਰੈਵਲ ਹਿਸਟਰੀ ਲਗਾਤੀ ਹੈ ਅਗਰ ਪਾਕਿਸਤਾਨ ਟਰੈਵਲ ਹਿਸਟਰੀ ਕਲੀਅਰ ਹੋ ਜਾਏਗਾ ਅਗਰ ਬਾਹਰ ਹੈਗੀਆਂ ਤੇ ਅਸੀਂ ਥਰੂ ਲਿੰਕ ਆਫਿਸ ਸਾਡਾ ਜਿਹੜਾ FIA ਦਾ ਹੈਗਾ UAE ਵਿੱਚ ਅਸੀਂ ਉਹਨਾਂ ਨੂੰ ਲੈਟਰ ਲਿਖਾਂਗੇ ਉਹਨਾਂ ਦੀ ਸੇਫ ਵਾਪਸੀ ਵਾਸਤੇ ਕਿਉਂਕਿ ਸਾਡਾ ਲਿੰਕ ਆਫਿਸ ਬੜਾ ਐਕਟਿਵ ਹੈ ਇਹਦੇ 'ਚ ਤੇ ਇਨਸ਼ਾਅੱਲਾ ਇਹਦੇ ਤੇ ਮੈਕਸਿਮਮ ਕਾਰਵਾਈ ਹੋਏਗੀ ਤੇ ਇਹਨਾਂ ਦੇ ਖਿਲਾਫ ਜਿੰਨੀ ਹੈ ਲੌਜੀਕਲ ਐਂਡ ਤੱਕ ਇਹਨਾਂ ਨੂੰ ਕੋਰਟ ਤੋਂ ਅਸੀਂ ਥਰੂ ਕੋਰਟ ਸਜ਼ਾ ਵੀ ਦਿਲਵਾਵਾਂਗੇ। ਸਰ ਬਹੁਤ ਸ਼ੁਕਰੀਆ। ਸਾਡੇ ਨਾਲ ਉਹ ਮੁਲਜ਼ਮ ਮੌਜੂਦ ਹੈ ਜਿਹੜਾ ਕੁੜੀਆਂ ਸਪਲਾਈ ਕਰਦਾ ਸੀ ਦੁਬਈ ਦੇ ਵਿੱਚ। ਕਿਸ ਤਰ੍ਹਾਂ ਤੂੰ ਕੁੜੀਆਂ ਸਪਲਾਈ ਕਰਦਾ ਸੀ ਕਿੱਦਾਂ ਤੂੰ ਉਹਨਾਂ ਦੇ ਘਰ ਵਾਲਿਆਂ ਨੂੰ ਕੀ ਕਹਾਣੀ ਪਾਉਂਦਾ ਸੀਗਾ ਜਾ ਕੇ ਕਿ ਮੈਨੂੰ ਆਪਣੀ ਧੀ ਦੇ ਦਿਓ ਮੈਂ ਤੁਹਾਡੀ ਧੀ ਨੂੰ ਦੁਬਈ ਭੇਜਣ ਲੱਗਾ? ਸਰ ਰਿਸੈਪਸ਼ਨ ਤੇ ਨਹੀਂ ਕਿਸ ਤਰ੍ਹਾਂ ਮਤਲਬ ਇੱਕ ਤੂੰ ਘਰ ਜਾ ਰਿਹਾ ਵਾ ਉਹਨਾਂ ਦੇ ਘਰ ਜਾ ਕੇ ਕਿਸ ਤਰ੍ਹਾਂ ਤੁਸੀਂ ਕਹਿੰਦੇ ਸੀ ਉਹਦੀ ਮਾਂ ਬੈਠੀ ਜਾਂ ਉਹਦਾ ਪਿਓ ਬੈਠਾ ਜਾਂ ਉਹਦਾ ਭਰਾ ਵਾ ਉਹਨੂੰ ਕੀ ਕਹਿੰਦੇ ਸੀਗੇ ਕਿ ਤੁਹਾਡੀ ਕੁੜੀ ਨੂੰ ਦੁਬਈ ਭੇਜਣਾ ਵਾ ਕੀ ਕੰਮ ਕਰਨ ਵਾਸਤੇ ਕੀ ਕਹਾਣੀ ਪਾਉਂਦੇ ਸੀ? ਜੋਬ ਵਾਸਤੇ ਸਰ। ਪੂਰੀ ਗੱਲ ਦੱਸੋ ਨਾ ਮਤਲਬ ਕਿਸ ਤਰ੍ਹਾਂ ਮਤਲਬ ਤੁਸੀਂ ਇਹ ਥੋੜੀ ਘਰ ਜਾ ਕੇ ਜੋਬ ਮਤਲਬ ਇੱਕ ਘਰ ਤੁਸੀਂ ਗਏ ਜੇ ਉੱਥੇ ਜਾ ਕੇ ਕੀ ਉਹਨੂੰ ਕਿਹਾ ਵਾ ਉੱਥੇ ਜਾ ਕੇ ਕੀ ਬੀਨ ਸੁਣਾਉਂਦੇ ਜੇ ਕਿ ਅਸੀਂ ਇਸ ਤਰ੍ਹਾਂ ਕਰਾਂਗੇ ਉੱਥੇ ਪਹਿਲੇ ਆਹ ਕੁੜੀਆਂ ਕੰਮ ਕਰ ਚੁੱਕੀਆਂ ਤੁਸੀਂ ਕਿਸ ਤਰ੍ਹਾਂ ਕੁੜੀਆਂ ਨੂੰ ਭੇਜੀ? ਸਰ ਉਹਨਾਂ ਨੇ ਇਹੀ ਗੱਲ ਕਹੀ ਵੀ ਤੁਹਾਨੂੰ ਨੌਕਰੀ ਵਾਸਤੇ ਦੁਬਈ ਭੇਜ ਲਿਆ ਤੇ ਕਾਊਂਟਰ ਤੇ ਖਲੋਣਾ ਜਾਂ ਟੇਬਲ ਮੈਨੀ ਕਰਨੀ ਹੈ ਜਾਂ ਰਿਸੈਪਸ਼ਨ ਤੇ ਖੜੇ ਹੋਣਾ ਵੇ। ਅੱਗੋਂ ਉਹਨਾਂ ਦਾ ਕਦੀ ਕੋਈ ਸਵਾਲ ਨਹੀਂ ਆਇਆ ਕਿ ਉਹ ਸਾਡੀ ਕੁੜੀ ਨੂੰ ਕੁਝ ਹੋ ਗਿਆ ਤੇ? ਨਹੀਂ ਸਰ ਉਹਨਾਂ ਨੂੰ ਕੋਈ ਨਹੀਂ। ਉਹਨਾਂ ਨੂੰ ਕੋਈ ਕਦੀ ਨਹੀਂ ਕੁਝ ਨਹੀਂ ਉਹਨਾਂ ਨੂੰ ਖੁਸ਼ੀ ਭੇਜ ਦਿੰਦੇ? ਹਾਂਜੀ। ਕਿੰਨੀਆਂ ਕੁੜੀਆਂ ਇਸ ਟਾਈਮ ਜਿਹੜੀਆਂ ਤੁਸੀਂ ਉੱਥੇ ਭੇਜ ਚੁੱਕੇ? ਸਰ ਹੁਣ ਤੱਕ ਕੋਈ ਹਾਲਾਤ ਖਰਾਬ ਨਹੀਂ ਹੋਏ ਥੋੜੀ ਰੁਕਾਵਟ ਬਣੀ ਅਸੀਂ ਬੰਨਾ ਜਾਣਾ ਸੀ ਜਿਹੜੇ ਸਾਹਿਬ ਕੋਲ ਡੇਟਾ ਇਹਨਾਂ ਨੇ ਜਾਣਾ ਸੀ ਲੜਕੀ। ਟੋਟਲ ਹੁਣ ਤੱਕ ਕਿੰਨੀਆਂ ਕੁੜੀਆਂ ਜਾ ਚੁੱਕੀਆਂ? ਸਰ ਇਹ ਕੁਛ ਆਈਡੀਆ ਨਹੀਂ ਇਸ ਤਰ੍ਹਾਂ ਹਰ ਬੰਦਾ ਕੰਮ ਕਰਦਾ ਮੈਂ ਸਰ ਥੱਲੇ ਮਤਲਬ ਆਪਣੇ ਏਰੀਆ 'ਚ ਕੰਮ ਕਰਨਾ ਹੋਰ ਲਾਹੌਰ ਵਾਲੇ ਏਜੰਟ ਨੇ ਜਿਹੜੇ ਮੁਲਤਾਨ ਵਾਲੇ ਨੇ ਦੁਬਈ ਵਾਲੇ ਨੇ ਉਹਨਾਂ ਦਾ ਮਾਲੂਮ ਨਹੀਂ। ਮਤਲਬ ਅੰਦਾਜ਼ੇ ਨਾਲ ਤੇਰੇ ਥਰੂ ਜਾਂ ਬਾਕੀ ਜਿਹੜੇ ਤੇਰਾ ਗੈਂਗ ਪੂਰਾ ਵਾ ਉਹਨਾਂ ਦੇ ਥਰੂ ਹੁਣ ਤੱਕ ਕਿੰਨੇ ਕਿ ਤੇਰੇ ਅੰਦਾਜ਼ੇ ਨਾਲ ਇੰਨੀਆਂ ਕੁੜੀਆਂ ਜਾ ਚੁੱਕੀਆਂ ਹੋਣੀਆਂ? ਤਕਰੀਬਨ 100 ਤੋਂ ਚਲੇਗਾ। ਉਹਨਾਂ ਵਿੱਚ ਸਾਰੇ ਮਾੜੇ ਘਰ ਦੀਆਂ ਸੀ ਕੋਈ ਚੰਗੇ ਘਰ ਦੀ ਕੁੜੀ ਵੀ ਗਈ? ਸਰ ਬਰਾਬਰ ਹੀ ਸਮਝ ਲਓ ਹਰ ਕੁਛ ਲੋਕ ਆਪਣੀ ਮਰਜ਼ੀ ਨਾਲ ਵੀ ਜਾਂਦੇ ਨੇ। ਅੱਛਾ ਹਾਂ ਕੋਈ ਇਹ ਜ਼ਿਆਦਾ ਪਿੰਡ ਦੀਆਂ ਕੁੜੀਆਂ ਨੂੰ ਤੁਸੀਂ ਕਹਾਣੀ ਪਾਉਂਦੇ ਜੇ ਕਿ ਜਾਂ ਮਤਲਬ ਕਿਸੇ ਸ਼ਹਿਰ ਦੀ ਕੁੜੀਆਂ ਨੂੰ ਵੀ ਕਹਾਣੀ ਪਾਉਂਦੇ? ਨਹੀਂ ਸਰ ਇਹ ਹੈਦਰਾਬਾਦ ਨੇ ਲਾਹੌਰ ਦੀਆਂ ਇਹ ਸਾਈਵਾਲ ਦੀ ਏਰੀਆ ਦੀ ਕੁੜੀਆਂ ਨੇ ਇਸ ਤਰ੍ਹਾਂ। ਆਪਣੇ ਰਿਸ਼ਤੇਦਾਰਾਂ 'ਚ ਕਿੰਨੀਆਂ ਕੁੜੀਆਂ ਕੋ ਭੇਜ ਚੁੱਕੇ? ਸਰ 3-4। 3-4? ਉਸ ਤੈਨੂੰ ਸ਼ਰਮ ਨਾ ਆਈ ਕਿ ਤੂੰ ਆਪਣੇ ਰਿਸ਼ਤੇਦਾਰਾਂ ਨੂੰ ਇਸ ਕੰਮ ਤੇ ਲਾਤਾ? ਹੁਣ ਕਿ ਤੂੰ ਸ਼ਰਮਿੰਦਾ ਹੈ ਵਾ ਇਸ ਕੰਮ ਤੋਂ ਜਾਂ ਨਹੀਂ? ਜੀ ਸਰ ਕਿੰਨਾ ਕੁ ਸ਼ਰਮਿੰਦਾ? ਬਹੁਤ ਜ਼ਿਆਦਾ ਸਰ। ਕੀ ਹੁਣ ਤੂੰ ਕੀ ਚਾਹੁੰਦਾ? ਮਾਫੀ ਚਾਹੁੰਦਾ। ਲੋ ਤੁਸੀਂ ਵੇਖਿਆ ਕਿ ਕਿਸ ਤਰ੍ਹਾਂ ਦਾ ਇਹ ਮੁਲਜ਼ਮ ਸੀਗਾ ਕਿ ਦੇਖੋ ਉਹਨੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਨਹੀਂ ਬਖਸ਼ਿਆ ਕਿ ਆਪਣੇ ਰਿਸ਼ਤੇਦਾਰਾਂ ਦੀ ਆਪਣੀਆਂ ਫੈਮਲੀਆਂ ਦੇ ਵਿੱਚੋਂ ਵੀ
ਦੁਬਈ ਭੇਜਿਆ, ਜਿੱਥੇ ਜਾ ਕੇ ਉਹਨਾਂ ਕੋਲ ਜਿਸਮ ਫਰੋਸ਼ੀ ਦਾ ਕੰਮ ਕਰਵਾਉਂਦੇ ਆ। ਅੱਲਾ ਮਾਫ ਕਰਦੇ, ਪਤਾ ਨਹੀਂ ਕਿਸ ਤਰ੍ਹਾਂ ਦੇ ਲੋਕ ਹੈਗੇ, ਪੈਸਿਆਂ ਦੇ ਲਾਲਚ ਦੇ ਵਿੱਚ ਸਭ ਕੁਝ ਭੁੱਲ ਜਾਂਦੇ ਹੈਗੇ। ਖੈਰ, ਇਹਨਾਂ ਦੇ ਖਿਲਾਫ FIA ਫੈਸਲਾਬਾਦ ਨੇ ਬੜੀ ਤਗੜੀ ਕਾਰਵਾਈ ਕੀਤੀ ਹੈ। ਅੱਛਾ ਸਰ, ਮੈਨੂੰ ਤੁਸੀਂ ਜ਼ਰਾ ਇਹ ਦੱਸ ਦਿਓ, ਕਿਉਂਕਿ ਇੱਕ ਤੇ ਗਰੋਹ ਤੁਸੀਂ ਫੜ ਲਿਆ ਹੈਗਾ, ਇਹਦੇ ਤੋਂ ਇਲਾਵਾ ਹੋਰ ਵੀ ਫੈਸਲਾਬਾਦ ਦੇ ਵਿੱਚ ਕੋਈ ਇਸ ਤਰ੍ਹਾਂ ਦੇ ਜਿਹੜਾ ਮਕਰੂਹ ਧੰਦਾ ਕਰਦੇ ਹੋਣੇ ਆ, ਉਹਨਾਂ ਵਾਸਤੇ ਕੀ ਮੈਸੇਜ ਹੈ? ਉਹਨਾਂ ਵਾਸਤੇ ਮੈਸੇਜ ਹੈ, ਜੋ ਇਹ ਮਕਰੂਹ ਧੰਦਾ ਤੁਸੀਂ ਛੱਡ ਦਿਓ। ਇਹ ਜਿਹੜਾ ਤੁਸੀਂ ਲੜਕੀਆਂ ਨੂੰ, ਬੱਚਿਆਂ ਨੂੰ ਸਮਗਲ ਕਰਦੇ ਹੋ, ਇਹਦੇ ਵਾਸਤੇ FIA ਐਕਟਿਵ ਹੈ, ਤੁਹਾਡੇ ਖਿਲਾਫ ਕਾਰਵਾਈ ਹੋਏਗੀ। ਜਿਹੜਾ ਬੰਦਾ ਵੀ ਸਾਡੇ ਸੋਰਸਸ ਦੇ ਰੇਡਾਰ ਤੇ ਆ ਗਿਆ, ਇਨਸ਼ਾਅੱਲਾ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਏਗੀ। ਤੇ ਬੇਸਦਾ ਰਹੇ ਤੁਸੀਂ ਜਾਇਜ਼ ਰਾਏ ਨਾਲ ਪਾਕਿਸਤਾਨ ਵਿੱਚ ਆਪਣੀ ਮੁਖਤਲਿਫ ਰਾਏ ਨਾਲ ਆਪਣੀ ਖਿਦਮਤ ਦਿਓ ਔਰ ਜਾਇਜ਼ ਰਾਏ ਨਾਲ ਕੰਮ ਕਰੋ, ਇਹ ਨਜਾਇਜ਼ ਧੰਦੇ ਛੱਡ ਦਿਓ। ਅੱਛਾ ਸਰ, ਜਿਹੜੇ ਕੁਝ ਮਸਾਜ ਸੈਂਟਰ ਆ, ਉਹਨਾਂ ਦੇ ਹਵਾਲੇ ਨਾਲ ਕੋਈ ਆਪਣੀ ਕੋਈ ਸਟ੍ਰੈਟਜੀ ਹੈ ਵਾ ਕਿ ਉਹਨਾਂ ਦੇ ਹਵਾਲੇ ਨਾਲ ਕੀ ਹੋ ਸਕਦਾ ਜੇ ਮਸਾਜ ਸੈਂਟਰਾਂ ਦੇ ਨਾਮ ਤੋਂ ਉਹਨਾਂ ਵਿੱਚ ਫਹਾਸ਼ ਦੇ ਅੱਡੇ ਚੱਲਦੇ? ਜੀ, ਅਗਰ ਸਾਨੂੰ ਉਹਦੇ ਬਾਰੇ ਇਤਲਾਹ ਹੋਏਗੀ, ਅਗਰ ਉੱਥੇ ਵੀ ਇਸ ਤਰ੍ਹਾਂ ਦਾ ਕੋਈ ਕੰਮ ਹੁੰਦਾ ਹੈ ਤੇ ਅਸੀਂ ਇਨਸ਼ਾਅੱਲਾ ਐਜ਼ ਪਰ ਲਾ ਕਾਰਵਾਈ ਕਰਾਂਗੇ। ਸਰ ਬਹੁਤ ਸ਼ੁਕਰੀਆ। ਲੋ ਤੁਸੀਂ ਵੇਖਿਆ ਕਿ FIA ਫੈਸਲਾਬਾਦ ਨੇ ਨਾ ਬੜੀ ਤਗੜੀ ਕਾਰਵਾਈ ਕੀਤੀ, ਜਿਹਦੇ ਵਿੱਚ ਮੇਨ ਮੁਲਜ਼ਮ ਜਿਹੜਾ ਮਕਰੂਹ ਧੰਦਾ ਕਰਵਾਉਂਦਾ ਸੀ ਨਾ, ਉਹਨੂੰ ਗ੍ਰਿਫਤਾਰ ਕਰ ਲਿਆ ਔਰ ਉਹਦੇ ਕੋਲੋਂ 3 ਪਾਸਪੋਰਟ ਉਹ ਬਰਾਮਦ ਕੀਤੇ, ਜਿਹੜੀਆਂ ਨਵੀਆਂ ਕੁੜੀਆਂ ਦੁਬਈ ਸਪਲਾਈ ਹੋਣੀਆਂ ਸੀਗੀਆਂ। ਖੈਰ, ਹੁਣ ਤੇ ਰੋਗੀਆਂ, ਹੁਣ ਇਹ ਧੰਦਾ ਨਹੀਂ ਹੋਏਗਾ। SHO ਅਜਮਲ ਹੁਸੈਨ ਸਾਹਿਬ ਹੈਵਾਨ, ਇਹਨਾਂ ਨੇ ਬਹੁਤ ਚੰਗੀ ਕਾਰਵਾਈ ਕੀਤੀ ਹੈ ਕਿ ਅਗਰ ਇਸ ਤਰ੍ਹਾਂ ਦੇ ਆਫੀਸਰ ਫੈਸਲਾਬਾਦ ਹੋਣ ਨਾ, ਮੇਰਾ ਨਹੀਂ ਖਿਆਲ ਕਿ ਕੋਈ ਮਕਰੂਹ ਧੰਦਾ ਇਸ ਤਰ੍ਹਾਂ ਦਾ ਕੋਈ ਫੈਸਲਾਬਾਦ ਕਰੇਗਾ। ਅਗਰ ਕਰੇਗਾ ਤੇ ਫਿਰ FIA ਦੇ ਰਡਾਰ ਦੇ ਵਿੱਚ ਤੇ ਆ ਜਾਏਗਾ। ਸਾਨੂੰ ਦਿਓ ਇਜਾਜ਼ਤ। ਪਰ ਇਸ ਤਰ੍ਹਾਂ ਦੀ ਕਹਾਣੀਆਂ ਵਾਸਤੇ ਸਾਡਾ ਚੈਨਲ ਫੋਲੋ ਕਰੋ, ਔਰ ਤੁਹਾਡੀ ਵੀ ਕੋਈ ਕਹਾਣੀ ਹੈ ਤਾਂ ਸਾਡੇ ਨਾਲ ਰਾਬਤਾ ਕਰੋ, ਅਸੀਂ ਤੁਹਾਡੀ ਕਹਾਣੀ ਵੀ ਬਣਾਵਾਂਗੇ।